हाँ जी सेवा ते गए सी हाँ जी ते उत्थे सेवा कीती है 15 दिन ते ਅਸੀਂ ਖੇਤੀਬਾੜੀ ਵੀ ਕਰਦੇ ਆ ਅਸੀਂ ਹਲਵਾਈ ਦਾ ਕੰਮ ਵੀ ਕਰਦੇ ਆ ਤੇ ਅਸੀਂ ਉਹਨਾਂ ਨਾਲ ਛਾਪਤੇ ਆ ਤੇ ਉਹ ਮੁੜ ਕੇ ਉੱਥੇ ਬਿਮਾਰ ਹੋ ਗਏ ਬਿਮਾਰ ਹੋਣ ਕਾਰਨ ਉਹਨਾਂ ਘੱਲ ਦਿੱਤਾ ਤੇ ਆਉਂਦੇ ਨਹੀਂ ਸੀ ਆਂਦੇ ਨਹੀਂ ਅਸੀਂ ਇਹ ਜੰਗ ਜਿੱਤ ਕੇ ਹੀ ਜਾਣਾ ਅਸੀਂ ਜ਼ਰੂਰ ਰਹਿਣਾ ਇੱਥੇ ਫਿਰ ਇੱਥੇ ਇੱਕ ਦਿਨ ਆਏ ਆ ਤੇ ਮੁੜ ਕੇ ਅਸੀਂ ਦਾਖਲ ਕਰਾ ਦਿੱਤਾ ਤੇ ਉਹਨਾਂ ਦੀ ਡੈਥ ਹੋ ਗਈ ਆ। हाँ जी उन्होंने आख्या कि मैं जावांगा राजी हो जाऊंगा मैं ये जंग जित के ही घर नूं आवांगा चलो वो चले गए उन्होंने नाल मगरों अहीं हैगे अहीं ये जंग जितांगे अहीं साथ देंगे। ਅਸੀਂ बड़ा मान करते हैं भी चलो उन्होंने जंग जितन गए ही उन्होंने महाराज ने डेथ कर दी कोई गल नहीं। ਅਫਸੋਸ ਵੀ ਬਹੁਤ ਹੈ ਤੇ ਸਾਨੂੰ ਮਾਣ ਵੀ ਬਹੁਤ ਹੈ ਕਿ ਉਹਨਾਂ ਨੇ ਸੰਘਰਸ਼ ਕੀਤਾ ਕਿਸਾਨਾਂ ਲਈ ਉਹ ਸ਼ਹੀਦ ਹੋਏ ਆ ਉਹਨਾਂ ਦੀ ਡੈਥ ਨਹੀਂ ਹੋਈ ਉਹ ਸ਼ਹੀਦ ਹੋਇਆ ਸਾਨੂੰ ਬਹੁਤ ਮਾਣ ਹੈ ਸਾਰਿਆਂ ਨੂੰ ਉਹਨਾਂ ਤੇ। ਹੁਣ ਉਹ ਤੇ ਨਹੀਂ ਰਹੇ ਹੁਣ ਉਹਨਾਂ ਦੇ ਸੰਘਰਸ਼ ਨੂੰ ਅਸੀਂ ਪੂਰਾ ਕਰਾਂਗੇ ਅਸੀਂ ਸਾਰੇ ਹੁਣ ਉੱਥੇ ਦਿੱਲੀ ਸਾਰੇ ਜਾਵਾਂਗੇ ਇਕੱਠੇ ਹੋ ਕੇ। ਕਿ ਉਹ ਇੰਨੇ ਸੰਘਰਸ਼ ਦੇ ਵਿੱਚ 80 ਸਾਲ ਦੀ ਉਮਰ ਦੇ ਵਿੱਚ ਆਪਣੀ ਸ਼ਹਾਦਤ ਦੇ ਸਕਦੇ ਆ ਸੰਘਰਸ਼ 'ਚ ਜਾ ਸਕਦੇ ਆ। ਅਸੀਂ ਦਿਹਾਲੀ ਨੌਜਵਾਨ ਆ ਔਰ ਅਸੀਂ ਇਕੱਲੇ ਨਹੀਂ ਜਾਵਾਂਗੇ ਅਸੀਂ ਪਿੰਡ ਦੇ ਵਿੱਚੋਂ ਸਾਡੀਆਂ ਬੀਬੀਆਂ ਭੈਣਾਂ ਵੀ ਤਿਆਰ ਆ ਔਰ ਅਸੀਂ ਵੀ ਸਾਰੇ ਜਾ ਕੇ ਉੱਥੇ ਟਰੈਕਟਰਾਂ ਰਾਹੀਂ ਟਰਾਲੀਆਂ ਰਾਹੀਂ ਜੋ ਵੀ ਸਾਡੇ ਕੋਲ ਜਿੱਦਾਂ ਵੀ ਪਹੁੰਚਿਆ ਗਿਆ ਅਸੀਂ ਸੰਘਰਸ਼ ਜ਼ਰੂਰ ਜਾ ਕੇ ਉੱਥੇ ਕਿਸਾਨਾਂ ਦਾ ਸਾਥ ਦੇਵਾਂਗੇ ਜੀ। ਸਤਿ ਸ਼੍ਰੀ ਅਕਾਲ ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ ਦਰਸ਼ਕੋ ਅੱਜ ਤੁਹਾਨੂੰ ਲੈ ਕੇ ਆਇਆ ਸਰਹੱਦੀ ਤਹਿਸੀਲ ਨਾਲਾ ਦੇ ਪਿੰਡ ਰਾਏਪੁਰ ਖੁਰਦ ਵਿੱਚ ਜਿੱਥੇ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਦਿਨੋਂ ਦਿਨ ਲੰਬਾ ਹੁੰਦਾ ਜਾ ਰਿਹਾ ਉਸ ਦੇ ਚੱਲਦੇ ਹੀ ਇੱਕ ਛੋਟੇ ਕਿਸਾਨ ਜਿਹੜੇ ਕਿ ਨਾਲ ਹਲਵਾਈ ਦਾ ਕੰਮ ਵੀ ਕਰਦੇ ਨੇ ਉਹ ਨਾਲ ਕਿਸਾਨੀ ਦੇ ਨਾਲ ਇੱਕ ਕਿਸਾਨਾਂ ਦੇ ਸੰਘਰਸ਼ ਦੇ ਨਾਲ ਇੱਕ ਸੇਵਾ ਨਿਭਾਉਣ ਲਈ ਵੀ ਗਏ ਸੀ ਕਿ ਲੋਕਾਂ ਨੂੰ ਜਿਹੜਾ ਉੱਥੇ ਲੰਗਰ ਪ੍ਰਸ਼ਾਦਾ ਵੀ ਜਿਹੜਾ ਵਾ ਨਿਰੰਤਰਨ ਛਕਾਇਆ ਜਾਵੇ ਪਰ ਅਚਾਨਕ ਉਹਨਾਂ ਦੀ ਉੱਥੇ ਲੰਗਰ ਛਕਾਉਂਦਿਆਂ ਤਬੀਅਤ ਢਿੱਲੀ ਹੋ ਗਈ ਤੇ ਉਹਨਾਂ ਨੂੰ ਵਾਪਸ ਆਉਣਾ ਪਿਆ ਤੇ ਆਉਂਦਿਆਂ ਹੀ ਉਹਨਾਂ ਦੀ ਜਿਹੜੀ ਆ ਇੱਥੇ ਮੌਤ ਹੋ ਜਾਂਦੀ ਆ ਜਾਨੀ ਕਿ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋ ਜਾਂਦੀ ਆ। ਉਸ ਦੇ ਚੱਲਦੇ ਅਸੀਂ ਤੁਹਾਨੂੰ ਲੈ ਕੇ ਆਏ ਰਾਏਪੁਰ ਖੁਰਦ ਦੇ ਵਿੱਚ ਜਿੱਥੇ ਕਿ ਉਹਨਾਂ ਦੇ ਅਸੀਂ ਘਰ ਪਹੁੰਚੇ ਆ ਜਿੱਥੇ ਘਰ ਵਿੱਚ ਅੱਜ ਮਾਤਮ ਦਾ ਮਾਹੌਲ ਹੈ। ਤੁਸੀਂ ਵੇਖ ਰਹੇ ਹੋ ਲਗਾਤਾਰ ਕਿ ਜਿਹੜੇ ਘਰ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਵੀ ਪਹੁੰਚੇ ਨੇ ਘਰ ਦੇ ਜੀ ਕੁਛ ਬੈਠੇ ਹੋਏ ਨੇ ਸਾਰੇ ਕਿ ਜਿਹੜੇ ਉਸ ਮਾਤਮ ਦੇ ਮਾਹੌਲ ਵਿੱਚ ਬੈਠੇ ਨੇ ਜਿੱਥੇ ਕਿ ਉਹਨਾਂ ਦੇ ਘਰ ਦੇ ਵਿੱਚੋਂ ਇੱਕ ਜਿਹੜਾ ਜੀ ਸੀ ਉਹਨਾਂ ਦਾ ਪਿਤਾ ਸੀਗਾ ਬੱਚਿਆਂ ਦਾ ਦਾਦਾ ਸੀਗਾ ਅਤੇ ਛੋਟੇ ਬੱਚਿਆਂ ਦਾ ਜਿਹੜਾ ਦਾਦਾ ਕਹਿ ਦਈਏ ਕਿ ਉਹ ਵੀ ਅੱਜ ਜਿਹੜਾ ਦੁਨੀਆ ਤੋਂ ਕੂਚ ਕਰ ਗਿਆ ਵਾ। ਪਰ ਇਸ ਵੇਲੇ ਘਰ ਦੇ ਵਿੱਚ ਜਿੱਥੇ ਗੱਲ ਕਰੀਏ ਰੋਸ ਦੀ ਗੱਲ ਕਰੀਏ ਤੇ ਘਰ ਦੇ ਵਿੱਚ ਰੋਸ ਵੀ ਹੈ ਨਾਲ ਸਰਕਾਰ ਦੇ ਬਰਖਲਾਫ ਵੀ ਰੋਸ ਹੈ ਪਰ ਬੱਚਿਆਂ ਵਿੱਚ ਜੇ ਗੱਲ ਕਰੀਏ ਤੇ ਬੱਚਿਆਂ ਵਿੱਚ ਉਤਸ਼ਾਹਿਤ ਵੀ ਹੈ ਇਸ ਚੀਜ਼ ਦਾ ਲੈ ਕੇ ਕਿ ਸਾਡੇ ਦਾਦਾ ਜੀ ਤੇ ਸਾਨੂੰ ਮਾਣ ਆ ਕਿ ਉਹ ਇਸ ਚੀਜ਼ ਚੋਂ ਕੂਚ ਕਰ ਗਏ ਨੇ ਪਰ ਸਾਡੇ ਲਈ ਇੱਕ ਸ਼ਹਾਦਤ ਦਾ ਜਿਹੜਾ ਨਾਮ ਦੇ ਗਏ ਨੇ। ਉਸ ਦੇ ਚੱਲਦਿਆਂ ਅਸੀਂ ਇੱਥੇ ਸਾਡੇ ਕੋਲੋਂ ਮਾਤਾ ਜੀ ਮੌਜੂਦ ਨੇ ਜਿਨ੍ਹਾਂ ਦੇ ਘਰ ਦੋ ਸੀਗੇ ਜਿਨ੍ਹਾਂ ਦੇ ਪਤੀ ਸੀਗੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਮਾਤਾ ਜੀ ਕੀ ਨਾਂ ਹੈ ਤੁਹਾਡਾ ਜੀ? ਮੇਰਾ ਨਾਮ ਗੁਰਦੀਪ ਕੌਰ ਹੈ ਜੀ। ਮਾਤਾ ਜੀ ਅੱਜ ਜਿਹੜੇ ਭਾਈ ਸਾਹਿਬ ਜੀ ਇੱਥੋਂ ਕੂਚ ਕਰ ਗਏ ਨੇ ਜਿਹੜੇ ਸ਼ਹਾਦਤ ਪ੍ਰਾਪਤ ਕਰਾ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਉੱਥੇ ਗਏ ਸੀ ਧਰਮ ਦੀ ਸੇਵਾ ਤੇ ਹਾਂਜੀ ਸੇਵਾ ਤੇ ਗਏ ਸੀ ਤੇ ਉੱਥੇ ਸੇਵਾ ਕੀਤੀ ਆ 15 ਦਿਨ ਤੇ ਅਸੀਂ ਖੇਤੀਬਾੜੀ ਵੀ ਕਰਦੇ ਆ ਅਸੀਂ ਹਲਵਾਈ ਦਾ ਕੰਮ ਵੀ ਕਰਦੇ ਆ ਤੇ ਅਸੀਂ ਉਹਨਾਂ ਨਾਲ ਛਾਪਤੇ ਆ ਤੇ ਉਹ ਮੁੜ ਕੇ ਉੱਥੇ ਬਿਮਾਰ ਹੋ ਗਏ ਬਿਮਾਰ ਹੋਣ ਕਾਰਨ ਉਹਨਾਂ ਘੱਲ ਦਿੱਤਾ ਤੇ ਆਉਂਦੇ ਨਹੀਂ ਸੀ ਆਂਦੇ ਨਹੀਂ ਅਸੀਂ ਇਹ ਜੰਗ ਜਿੱਤ ਕੇ ਹੀ ਜਾਣਾ ਅਸੀਂ ਜ਼ਰੂਰ ਰਹਿਣਾ ਇੱਥੇ ਫਿਰ ਇੱਥੇ ਇੱਕ ਦਿਨ ਆਏ ਆ ਤੇ ਮੁੜ ਕੇ ਅਸੀਂ ਦਾਖਲ ਕਰਾ ਦਿੱਤਾ ਤੇ ਉਹਨਾਂ ਦੀ ਡੈਥ ਹੋ ਗਈ ਆ ਤੇ ਕੋਈ ਗੱਲ ਨਹੀਂ ਮਹਾਰਾਜ ਨੂੰ ਜੋ ਚੰਗਾ ਲੱਗਣਾ ਹੈ ਅਸੀਂ ਫਿਰ ਆਪ ਆਖਿਆ ਵੀ ਚਲੋ ਕੋਈ ਨਹੀਂ ਅਸੀਂ ਵੀ ਉਹਨਾਂ ਦੇ ਮਗਰ ਹੈਗੇ ਆ ਤੇ ਸਾਨੂੰ ਅਸੀਂ ਜੰਗ ਜਿੱਤ ਕੇ ਹੀ ਆਉਣਾ ਹੈ। ਪਰ ਮਾਤਾ ਜੀ ਗੱਲ ਕਰੀਏ ਤੁਹਾਡੇ ਨਾਲ ਕੋਈ ਅੰਤਮ ਸਮੇਂ ਤੇ ਕੋਈ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਵੀ ਇਸ ਅਸੀਂ ਸੰਘਰਸ਼ ਨੂੰ ਲੈ ਕੇ ਵੀ ਮੈਂ ਸੰਘਰਸ਼ ਜਿੱਤਾਂਗਾ ਕੋਈ ਇਹੋ ਜਿਹੀ ਗੱਲਬਾਤ ਕੀਤੀ ਹੋਵੇ? ਹਾਂਜੀ ਉਹਨਾਂ ਨੇ ਆਖਿਆ ਕਿ ਮੈਂ ਜਾਵਾਂਗਾ ਰਾਜੀ ਹੋ ਜਾਵਾਂਗਾ ਮੈਂ ਇਹ ਜੰਗ ਜਿੱਤ ਕੇ ਹੀ ਘਰ ਨੂੰ ਆਵਾਂਗਾ ਤੇ ਚਲੋ ਉਹ ਚਲੇ ਗਏ ਉਹਨਾਂ ਦੇ ਨਾਲ ਮਗਰੋਂ ਅਸੀਂ ਹੈਗੇ ਆ ਅਸੀਂ ਇਹ ਜੰਗ ਜਿੱਤਾਂਗੇ ਅਸੀਂ ਸਾਥ ਦਿਆਂਗੇ। ਪਰ ਜੀ ਅੱਜ ਉਹਨਾਂ ਦੀ ਸ਼ਹਾਦਤ ਦਾ ਤੁਹਾਨੂੰ ਅਫਸੋਸ ਦੇ ਨਾਲ ਮਾਣ ਕਿੰਨਾ ਕੁ ਮਹਿਸੂਸ ਕਰਦੇ ਹੋ ਤੁਸੀਂ? ਅਸੀਂ ਬੜਾ ਮਾਣ ਕਰਦੇ ਹਾਂ ਅਸੀਂ ਬੜਾ ਮਾਣ ਕਰਦੇ ਹਾਂ ਵੀ ਚਲੋ ਉਹਨਾਂ ਨੇ ਜੰਗ ਜਿੱਤਣ ਗਏ ਸੀ ਉਹਨਾਂ ਦੀ ਮਹਾਰਾਜ ਨੇ ਡੈਥ ਕਰ ਦਿੱਤੀ ਕੋਈ ਗੱਲ ਨਹੀਂ। ਤੁਸੀਂ ਵੇਖ ਰਹੇ ਹੋ ਕਿ ਘਰਦਿਆਂ ਨੂੰ ਜਿੱਥੇ ਗੱਲ ਕਰੀਏ ਅਫਸੋਸ ਦੀ ਤੇ ਉੱਥੇ ਘਰਦਿਆਂ ਨੂੰ ਮਾਣ ਵੀ ਬਹੁਤ ਜ਼ਿਆਦਾ ਹੈ ਕਿ ਸਾਡੇ ਹਸਬੈਂਡ ਇੱਥੋਂ ਚੱਲ ਗਏ ਨੇ। ਇੱਥੇ ਸਾਡੇ ਨਾਲ ਕੁਝ ਹੋਰ ਵੀ ਹੈਗੇ ਨੇ ਗਵਾਂਢੀ ਜਿਹੜੇ ਆਏ ਨੇ। ਹਾਂਜੀ ਭੈਣ ਜੀ ਕੀ ਨਾਂ ਤੁਹਾਡਾ ਜੀ? ਹਾਂਜੀ ਜੋਗਿੰਦਰ ਕੌਰ ਜੀ ਮੈਂ ਅੱਗੇ ਵੀ ਤੁਹਾਨੂੰ ਅੱਜ ਜਿਹੜੇ ਤੁਸੀਂ ਪਹੁੰਚੇ ਹੋ ਇਸ ਘਰ ਵਿੱਚ ਤੇ ਵੇਖਣ ਡਏ ਹੋ ਕਿ ਇੱਥੇ ਦੇਹਾਂਤ ਹੋ ਗਿਆ ਵਾ ਭਾਈ ਸਾਹਿਬ ਦਾ ਸ਼ਹਾਦਤ ਪ੍ਰਾਪਤ ਕਰ ਗਏ ਨੇ ਪਰ ਘਰ ਦੇ ਵਿੱਚ ਰੋਸ ਦੇ ਨਾਲ ਇੱਕ ਇਸ ਚੀਜ਼ ਦੀ ਮਾਣ ਵੀ ਮਹਿਸੂਸ ਕਰ ਰਹੇ ਨੇ ਕਿ ਸਾਡੇ ਜਿਹੜੇ ਹਸਬੈਂਡ ਸੀਗੇ ਘਰ ਦੇ ਦਾਦਾ ਜੀ ਸੀ ਸਾਡੇ ਪਿਤਾ ਜੀ ਸੀ ਉਹ ਸ਼ਹਾਦਤ ਨੂੰ ਕਹਿ ਕੇ ਪ੍ਰਾਪਤ ਕਰ ਗਏ ਨੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ?
ਕਹਿਣਾ ਤੇ ਇਹੋ ਹੀ ਚਾਹਾਂਗੇ ਵੀ ਇਹਨਾਂ ਦੇ ਜਿਹੜਾ ਸੁਭਾਅ ਸੀ ਬਹੁਤ ਮਿੱਠ ਬੋਲੜਾ ਸੀ, ਬਹੁਤ ਸਹਿਣਸ਼ੀਲਤਾ ਵਿੱਚ ਰਹਿਣ ਵਾਲੇ ਗੁਰਸਿੱਖ ਸੀ, ਪੂਰੇ ਗੁਰਸਿੱਖ ਸੀਗੇ। ਤੇ ਸਾਨੂੰ ਦੁੱਖ ਤੇ ਬਹੁਤ ਜ਼ਿਆਦਾ ਇਹਨਾਂ ਦਾ ਆਇਆ, ਇਹਨਾਂ ਦੀ ਸ਼ਹੀਦੀ ਦਾ, ਪਰ ਸਾਨੂੰ ਮਾਣ ਵੀ ਬਹੁਤ ਜ਼ਿਆਦਾ ਹੋਇਆ ਵੀ ਇਹ ਸਾਡੇ ਰਾਮਪੁਰ ਦੇ ਵਿੱਚੋਂ, ਪਿੰਡ ਦੇ ਵਿੱਚੋਂ ਇਹ ਸਿੰਘ ਜਾ ਕੇ ਉੱਥੇ ਜਾ ਕੇ ਸ਼ਹੀਦੀ ਦਿੱਤੀ ਆ। ਸਾਨੂੰ ਬਹੁਤ ਮਾਣ ਆ। ਅਸੀਂ ਵੀ ਇਹ ਸ਼ਹਾਦਤ ਦੇ ਪਿੱਛੇ ਹੁਣ ਸਾਨੂੰ ਵੀ ਬਹੁਤ ਜ਼ਿਆਦਾ ਨਾ ਆਪਣੇ ਆਪ ਨੂੰ ਉਤਸ਼ਾਹ ਮਿਲ ਰਿਹਾ ਵੀ ਅਸੀਂ ਉੱਥੇ ਫੇਰ ਪਹੁੰਚਾਂਗੇ, ਉਹਨਾਂ ਦਾ ਨਾਮ ਉੱਚਾ ਕਰਾਂਗੇ ਜਾ ਕੇ ਪਿੰਡ ਦੇ ਵਿੱਚ। ਕੀ ਮੰਗ ਕਰਦੇ ਹੋ ਸਰਕਾਰ ਕੋਲੋਂ, ਜਿਹੜੀ ਸਰਕਾਰ ਅੱਜ ਵੀ ਅੰਨੀ ਬੋਲੀ ਹੋ ਕੇ ਬੈਠੀ ਆ, ਉੱਥੇ ਧਰਨੇ ਲੋਕੀ ਬੈਠੇ ਨੇ, ਇੰਨੀ ਠੰਡ ਦੇ ਵਿੱਚ ਜਿਹੜੇ ਕਿਸਾਨ ਬੈਠੇ ਨੇ, ਪਰ ਉਹ ਲੋਕਾਂ ਦੀ ਸੁਣਦੀ ਨਹੀਂ ਪਈ, ਕੀ ਕਹਿਣਾ ਚਾਹੁੰਦੇ ਜੀ ਉਹਨੂੰ? ਅਸੀਂ ਤੇ ਇਹੋ ਕਹਾਂਗੇ ਜਿਹੜਾ ਮੋਦੀ ਜਿਹੜਾ ਬਹੁਤ ਬੇਸ਼ਰਮ ਬੰਦਾ ਆ, ਇਹਨੂੰ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਆ। ਕੋਈ ਬੱਚੇ ਆ, ਕੋਈ ਨਿੱਕੇ ਨਿੱਕੇ ਬਜ਼ੁਰਗ ਆ, ਉੱਥੇ ਬੱਚੇ ਜਾ ਕੇ ਰੋਣ ਡਏ ਨੇ, ਮਾਤਾ ਰੋਣ ਡਈਆਂ ਨੇ ਜਾ ਕੇ ਵਿਚਾਰੀਆਂ ਵੀ ਸਾਡਾ ਜਿਹੜਾ ਇਹ ਆ ਕਾਲੇ ਕਾਨੂੰਨ ਜਿਹੜੇ ਵਾਪਸ ਲੈ ਲਏ ਤੇ ਸਾਨੂੰ ਸੁਖੀ ਦੇ ਨਾਲ ਇੱਥੇ ਰਹਿਣ ਦੇ, ਦੁਨੀਆ ਦੇ ਉੱਤੇ ਆਪਾਂ ਦੁਨੀਆ ਦੇ ਉੱਤੇ ਆਏ ਸਾਰੇ ਸੁਖੀ ਵਸੀਏ। ਅਸੀਂ ਤੇ ਇਸ ਗੱਲ ਕਹਾਂਗੇ ਬਹੁਤ ਬੰਦਾ ਮਾੜਾ ਨਿਕਲਿਆ, ਅਸੀਂ ਬਹੁਤ ਦੁਖੀਆਂ ਦੇ ਹੱਥੋਂ, ਤੇ ਸਾਡੇ ਜਿਹੜੇ ਆ ਕਾਨੂੰਨ ਜਿਹੜੇ ਵਾਪਸ ਲੈ ਲਏ ਤੇ ਅਸੀਂ ਸੁਖੀ ਰਹੀਏ। ਤੁਸੀਂ ਵੇਖ ਰਹੇ ਹੋ ਕਿ ਜਿੱਥੇ ਜਿੱਥੇ ਰੋਸ ਦੀ ਗੱਲ ਕਰੀਏ ਤੇ ਰੋਸ ਮੋਦੀ ਸਰਕਾਰ ਦੇ ਬਰਖਲਾਫ ਉਹਨਾਂ ਹੀ ਰੋਸ ਪਾਇਆ ਜਾ ਰਿਹਾ, ਪਰ ਜੇ ਸ਼ਹਾਦਤ ਦੀ ਗੱਲ ਕਰੀਏ ਤੇ ਸ਼ਹਾਦਤਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਕਿਉਂਕਿ ਜੇ ਦਰਜਨਾਂ ਦੇ ਪਰਿਵਾਰ ਜਿਹੜੇ ਨੇ ਇਸ ਵੇਲੇ ਉਹ ਛੱਡ ਕੇ ਚਲ ਗਏ ਨੇ ਆਪਣੇ, ਕਿਉਂਕਿ ਬੜੇ ਵੱਡੇ ਪੱਧਰ ਤੇ ਤੁਸੀਂ ਵੇਖਿਆ ਕਿ ਪੰਜਾਬ ਦੇ ਹੀ ਗੱਲ ਕਰੀਏ ਤੇ ਪੰਜਾਬ ਦੇ ਵੀ ਜਿਹੜੇ ਦਰਜਨਾਂ ਜਿਹੜੇ ਸਿੰਘ ਸੀਗੇ ਉੱਥੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਇੱਥੇ ਸਾਡੇ ਨਾਲ ਕੋਈ ਬੱਚੇ ਵੀ ਹੈਗੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਬੇਟਾ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਰਾਜਵਿੰਦਰ ਕੌਰ। ਕੀ ਲੱਗਦੇ ਸੀ ਤੁਹਾਡੇ ਜਿਹੜੇ ਬਜ਼ੁਰਗ ਝਾੜੀ ਕੀਤੇ? ਉਹ ਮੇਰੇ ਦਾਦਾ ਜੀ ਸੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦਾਦਾ ਜੀ ਦੇ? ਅੱਜ ਕਿੰਨਾ ਕੁ ਅਫਸੋਸ ਹੋ ਰਿਹਾ ਤੁਹਾਨੂੰ ਦਾਦਾ ਜੀ ਚੜਾਈ ਕਰਨ ਦਾ? ਸਾਨੂੰ ਅਫਸੋਸ ਵੀ ਬਹੁਤ ਹੈ ਤੇ ਸਾਨੂੰ ਮਾਣ ਵੀ ਬਹੁਤ ਹੈ ਕਿ ਉਹਨਾਂ ਨੇ ਸੰਘਰਸ਼ ਕੀਤਾ ਕਿਸਾਨਾਂ ਲਈ, ਉਹ ਸ਼ਹੀਦ ਹੋਏ ਆ, ਉਹਨਾਂ ਦੀ ਡੈਥ ਨਹੀਂ ਹੋਈ, ਉਹ ਸ਼ਹੀਦ ਹੋਇਆ। ਸਾਨੂੰ ਬਹੁਤ ਮਾਣ ਹੈ ਸਾਰਿਆਂ ਨੂੰ ਉਹਨਾਂ ਤੇ। ਪਰ ਅੱਜ ਜਿਹੜਾ ਵਾ ਉਹਨਾਂ ਦੀ ਕਮੀ, ਕਿੰਨੀ ਕੁ ਕਮੀ ਮਹਿਸੂਸ ਕਰ ਰਹੇ ਹੋ ਤੁਸੀਂ ਘਰ ਦੇ ਵਿੱਚ ਉਹਨਾਂ ਦੀ? ਕਮੀ ਤੇ ਬਹੁਤ ਮਹਿਸੂਸ ਹੋ ਰਹੀ ਆ, ਬਟ ਸਾਨੂੰ ਬਹੁਤ ਮਾਣ ਆ ਵੀ ਉਹ ਸ਼ਹੀਦ ਹੋਏ ਆ। ਪਰ ਉਹਨਾਂ ਦਾ ਜਿਹੜਾ ਸੁਪਨਾ ਸੀ ਕਿ ਇਸ ਸੰਘਰਸ਼ ਨੂੰ ਜਿੱਤਣਾ, ਮੈਂ ਜਿੱਤ ਕੇ ਆਵਾਂਗਾ, ਕੀ ਹੁਣ ਤੁਸੀਂ ਸੰਘਰਸ਼ ਦਾ ਹਿੱਸਾ ਬਣੋਗੇ? ਹਾਂਜੀ, ਅਸੀਂ ਉਹਨਾਂ ਦੇ ਸੰਘਰਸ਼ ਦਾ ਹਿੱਸਾ ਬਣਾਂਗੇ। ਉਹ ਜਦੋਂ ਬਿਮਾਰ ਸੀ ਸਾਨੂੰ ਕਹਿ ਕੇ ਗਏ ਸੀ ਕਿ ਮੈਂ ਜਦੋਂ ਠੀਕ ਹੋਵਾਂਗਾ ਮੈਂ ਜਾਵਾਂਗਾ ਜ਼ਰੂਰ। ਹੁਣ ਉਹ ਤੇ ਨਹੀਂ ਰਹੇ, ਹੁਣ ਉਹਨਾਂ ਦੇ ਸੰਘਰਸ਼ ਨੂੰ ਅਸੀਂ ਪੂਰਾ ਕਰਾਂਗੇ। ਅਸੀਂ ਸਾਰੇ ਹੁਣ ਉੱਥੇ ਦਿੱਲੀ ਸਾਰੇ ਜਾਵਾਂਗੇ ਇਕੱਠੇ ਹੋ ਕੇ। ਤੁਸੀਂ ਵੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਵੀ ਜਿਹੜਾ ਹੌਸਲਾ ਉਦੋਂ ਜ਼ਿਆਦਾ ਡਬਲ ਹੌਸਲਾ ਭਰਿਆ ਪਿਆ। ਜਿੱਥੇ ਆਮ ਜਨਤਾ ਦੀ ਗੱਲ ਕਰੀਏ ਤੇ ਆਮ ਜਨਤਾ ਵੀ ਸਾਰੀ ਪ੍ਰੇਰਿਤ ਹੈ ਕਿ ਅਸੀਂ ਦਿੱਲੀ ਪਹੁੰਚ ਕੇ ਸੰਘਰਸ਼ ਦਾ ਹਿੱਸਾ ਬਣੀਏ, ਪਰ ਜੇ ਬੱਚਿਆਂ ਦੀ ਗੱਲ ਕਰੀਏ ਤੇ ਬੱਚੇ ਵੀ ਪੂਰੇ ਪ੍ਰੇਰਿਤ ਨੇ। ਅਸੀਂ ਇੱਥੇ ਜਿਹੜੇ ਨਾਲ ਸੱਜਣ ਗਏ ਸੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਈ ਸਾਹਿਬ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜੀ ਕਰਮਜੀਤ ਸਿੰਘ ਗੋਲਡੀ, ਪਿੰਡ ਮੇਰਾ ਰਿਆੜਿਆ ਜੀ। ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਗਏ ਸੀ ਉੱਥੇ ਨਾਲ, ਕਿੱਦਾਂ ਦਾ ਵਤੀਰਾ ਸੀ ਇਹਨਾਂ ਦਾ ਜਿਹੜੀ ਅੱਜ ਉਹਨਾਂ ਨੇ ਸ਼ਹਾਦਤ ਪਾਈ ਹੈ ਜੀ? ਉੱਥੇ ਜੀ ਇਹਨਾਂ ਨੇ ਗੁਰਦੁਆਰਾ ਹੈੱਡ ਦਰਬਾਰ ਰੋਪੜ, ਉਹਨਾਂ ਬਾਬਾ ਵੱਲੋਂ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਲੰਗਰ ਲਾਏ ਗਏ ਨੇ ਜੀ, ਉੱਥੇ ਲੰਗਰ ਚੱਲ ਰਹੇ ਨੇ। ਜਦੋਂ ਇਹਨਾਂ ਨੂੰ ਸੁਨੇਹਾ ਮਿਲਿਆ ਕਿ ਗੁਰੂ ਬਾਬਾ ਰੋਪੜ ਹੈੱਡ ਦਰਬਾਰ ਵਾਲਿਆਂ ਨੇ ਲੰਗਰ ਲਾਉਣੇ ਨੇ, ਇਹਨਾਂ ਬਾਬਾ ਜੀ ਉਹਨਾਂ ਨੇ ਉਸੇ ਵੇਲੇ ਹੀ ਸੇਵਾ ਦੀ ਤਿਆਰੀ ਕਰ ਲਈ ਤੇ ਨਾਲ ਇਹ ਸੇਵਾ ਕਰਨ ਵਾਸਤੇ ਉੱਥੇ ਚੱਲ ਗਏ। ਇਹ 14-15 ਦਿਨ ਲਗਾਤਾਰ ਸੇਵਾ ਕੀਤੀ ਆ। ਸੇਵਾ ਕਰਨ ਦੇ ਬਾਵਜੂਦ ਇਹਨਾਂ ਥੋੜ੍ਹੇ ਬਿਮਾਰ ਹੋਣ ਕਰਕੇ ਉੱਥੇ ਜੋ ਚੈੱਕਅਪ ਕਰਾਇਆ, ਉਹਨਾਂ ਕਿਹਾ ਕਿ ਠੰਡ ਆ ਨਾ ਲੱਗੀ, ਇਹਨਾਂ ਪਿੰਡ ਭੇਜ ਦਿਓ। ਇਹ ਪਿੰਡ ਆਏ ਆ, ਥੋੜ੍ਹੇ ਦੇ 2-4 ਦਿਨ ਹੋ ਗਏ ਪਿੰਡ ਆਇਆਂ ਨੂੰ। ਜਦੋਂ ਇੱਥੇ ਪਿੰਡ ਆਏ ਫਿਰ ਨਾ ਠੀਕ ਹੋਣ ਕਰਕੇ ਇਹਨਾਂ ਨੇ ਅਜਨਾਲੇ ਖੜਿਆ ਜੀ ਇਹਨਾਂ ਨੂੰ। ਅਜਨਾਲੇ ਪਹਿਲਾਂ ਗੁਲਾਟੀ ਹਸਪੀਟਲ, ਮੁੜ ਕੇ ਸੀ ਜੋਨ ਹਸਪੀਟਲ ਉਹਨਾਂ ਦਾ ਭੇਜ ਦਿੱਤਾ ਆਪਣੀ ਐਂਬੂਲੈਂਸ 'ਤੇ, ਪਰ ਉੱਥੇ ਨਾ ਇਹ ਠੰਡ ਦੀ ਸਹਾਰਦੇ ਹੋਏ ਇਹਨਾਂ ਦੀ ਮੌਤ ਹੋ ਗਈ ਆ। ਪਰ ਸਾਨੂੰ ਮਾਣ ਵੀ ਆ ਸਾਡੇ ਅਜਨਾਲੇ ਤਹਿਸੀਲ ਦੇ ਰਾਮਪੁਰ ਖੁਰਦ ਦੇ ਜੋ ਇਹ ਛੋਟੇ ਕਿਸਾਨ ਵੀ ਆ, ਕਿਸਾਨੀ ਦੇ ਨਾਲ ਨਾਲ ਹਲਵਾਈ ਦਾ ਵੀ ਕੰਮ ਕਰਕੇ ਆਪਣੇ ਜਿਹੜਾ ਘਰ ਦਾ ਧੰਦਾ ਚਲਾਉਂਦੇ ਸੀ। ਆਪਾਂ ਸਰਕਾਰ ਪਾਸੋਂ ਵੀ ਮੰਗ ਕਰਦੇ ਹਾਂ, ਕਿਸਾਨ ਜਥੇਬੰਦੀਆਂ ਪਾਸੋਂ ਮੰਗ ਕਰਦੇ ਹਾਂ ਕਿ ਇਹ ਸਾਡਾ ਕਿਸਾਨ ਵੀਰ ਬਾਬਾ ਜੀ ਰਤਨ ਸਿੰਘ ਨਾਲ ਹਲਵਾਈ ਦਾ ਵੀ ਕੰਮ ਕਰਕੇ 15 ਦਿਨ ਕਿਸਾਨਾਂ ਦੀ ਸੇਵਾ ਕਰਕੇ ਆਏ ਨੇ ਲੰਗਰਾਂ ਦੀ। ਮਹਾਰਾਜ ਇਹਨਾਂ ਨੂੰ ਸਵਰਗਾਂ ਦੇ ਵਿੱਚ ਵਾਸਾ ਦੇਵੇ। ਅਸੀਂ ਇਹ ਅਰਦਾਸ ਬੇਨਤੀ ਕਰਦੇ ਹਾਂ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ। ਤੁਸੀਂ ਵੇਖ ਰਹੇ ਹੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਉਹ ਸੰਗਤ ਸੱਜਣ ਸੀਗੇ ਜਿਹੜੇ ਨਾਲ ਸੀਗੇ ਬਾਬਾ ਜੀ ਦੇ। ਵੀਰ ਜੀ ਅਸੀਂ ਗੱਲ ਕਰਾਂਗੇ ਜਿਹੜੇ ਉਹਨਾਂ ਦੇ ਸਪੁੱਤਰ ਨੇ। ਹਾਂਜੀ ਵੀਰ ਜੀ, ਅੱਜ ਤੁਹਾਡੇ ਫਾਦਰ ਸਾਹਿਬ ਜਿਹੜੇ ਇੱਥੋਂ ਕੂਚ ਕਰ ਗਏ ਨੇ ਸੰਸਾਰ ਤੋਂ, ਕੀ ਕਹਿਣਾ ਚਾਹੁੰਦੇ ਹੋ? ਇਹ ਵੀਰ ਜੀ ਘਾਟ ਤੇ ਸਾਡੀ ਨਹੀਂ ਪੂਰੀ ਹੋ ਸਕਦੀ, ਪਰ ਜਿਹੜਾ ਇਹ ਕਾਰਾ ਕਰਕੇ ਗਏ ਜਾਂ ਜੋ ਆਪਣੇ ਦੇਸ਼ ਕੌਮ ਦੀ ਸੇਵਾ ਕਰਕੇ, ਕਿਸਾਨ ਵੀਰਾਂ ਦੀ ਸੇਵਾ ਕਰਕੇ ਗਏ ਆ, ਉਸ ਵਾਸਤੇ ਸਾਨੂੰ ਬਹੁਤ ਵੱਡਾ ਮਾਣ ਹੈ। ਸਾਡੇ ਸਾਰੇ ਪਿੰਡ ਨੂੰ ਬਹੁਤ ਵੱਡਾ ਮਾਣ ਹੈ। ਜਿਹੜੇ ਵੀ ਸੱਜਣ ਮਿੱਤਰ ਆਏ ਆ ਉਹਨਾਂ ਨੇ ਆਖਿਆ ਵਾ ਵੀ ਇਹ ਇੱਕ ਸਾਡੇ ਪਿਤਾ ਜੀ ਸ਼ਹੀਦੀ ਪ੍ਰਾਪਤ ਕਰਕੇ ਗਏ ਆ, ਇਹ ਇੱਕ ਨਾਮ ਪਿੰਡ ਦਾ ਰੋਸ਼ਨ ਕਰਕੇ ਗਏ, ਅਜਨਾਲਾ ਤਹਿਸੀਲ ਦਾ ਨਾਮ ਰੋਸ਼ਨ ਕਰਕੇ ਗਏ ਆ। ਅਸੀਂ ਹੋਰ ਵੀ ਕਿਸਾਨ ਵੀਰਾਂ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਵੀ ਵੱਧ ਚੜ੍ਹ ਕੇ ਉੱਥੇ ਜਾ ਕੇ ਕਾਲਾ ਕਾਨੂੰਨਾਂ ਦੀ ਜਿਹੜੀ ਇਹਨੇ ਫੰਨ ਤਾਂ ਚੁੱਕੀ ਆ ਉਹਨੂੰ ਦਬਾਇਆ ਜਾਵੇ। ਜੋ ਵੀ ਹੱਕ ਬਣਦੇ ਆ ਕਿ ਕਿਸਾਨਾਂ ਦੇ ਉਹਨਾਂ ਨੂੰ ਦਿੱਤੇ ਜਾਣ। ਔਰ ਜਿੰਨੇ ਵੀ ਵੀਰ ਉੱਥੇ ਵੇਖੋ, ਕਈਆਂ ਦੇ ਬੇਟੇ ਸ਼ਹੀਦ ਹੋ ਗਏ ਆ, ਕਈਆਂ ਦੇ ਪਿਤਾ ਸ਼ਹੀਦ ਹੋ ਗਏ ਆ, ਕਈਆਂ ਦੇ ਭਰਾ ਸ਼ਹੀਦ ਹੋ ਗਏ ਆ। ਪਿੱਛੇ ਜਿਹੜੀਆਂ ਬਜ਼ੁਰਗ ਮਾਵਾਂ ਉਹਨਾਂ ਦੇ ਉਹਨਾਂ ਦੀਆਂ ਤਰਲੇ ਪਾਉਂਦੀਆਂ ਜਾ ਤੇ ਉੱਥੇ ਸਕਦੀਆਂ ਨਹੀਂ ਇਹ ਦਿੱਲੀ। ਉਹ ਠੰਡ ਦੇ ਵਿੱਚ
ਤੰਬੂ ਲਾ ਕੇ ਕੋਈ ਆਪਣੇ ਰੋਡਾਂ ਦੇ ਉੱਤੇ ਟਰੈਕਟਰ ਟਰਾਲੀਆਂ ਦੇ ਵਿੱਚ ਗੁਜ਼ਾਰਾ ਕਰਦੇ ਪਏ ਆ ਔਰ ਇਹਨਾਂ ਨੂੰ ਮਾਸਾ ਵੀ ਜੂੰ ਕਰਨ ਤੇ ਨਹੀਂ ਗੀ ਸਰਕਦੀ। ਤੇ ਮੋਦੀ ਦੇ ਗਾੜੀ ਸਾਡੀ ਮੰਗ ਇਹੀ ਆ ਕਿ ਜੋ ਤੂੰ ਇਹ 3 ਕਾਲੇ ਕਾਨੂੰਨ ਲਏ ਆ ਇਹਨੂੰ ਵਾਪਸ ਲਓ ਤੇ ਕਿਸਾਨਾਂ ਦਾ ਹੱਕ ਕਿਸਾਨਾਂ ਨੂੰ ਦਿੱਤਾ ਜਾਵੇ ਔਰ ਉਹ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ ਖੁਸ਼ਹਾਲੀ ਆ ਕੇ ਆਪਣੇ ਪਰਿਵਾਰ ਦੇ ਨਾਲ ਆਪਣੀ ਸਹਿਮਤੀ ਨਾਲ ਰਹਿ ਸਕਣ ਜੀ। ਵੀਰ ਜੀ, ਪਰ ਵੇਖਿਆ ਜਾਵੇ ਤੇ ਜਿਹੜੇ ਤੁਹਾਡੇ ਫਾਦਰ ਸਾਹਿਬ ਨੇ ਇਹ ਕਦਮ ਚੁੱਕਿਆ ਸੀ, ਨਾਲ ਜਾ ਕੇ ਉੱਥੇ ਉਹਨਾਂ ਨੇ ਸੰਘਰਸ਼ ਲੜਦਿਆਂ ਸ਼ਹਾਦਤ ਪ੍ਰਾਪਤ ਕਰ ਲਈ ਹੈ, ਤਾਂ ਹੁਣ ਤੁਸੀਂ ਵੀ ਫੈਮਿਲੀ ਵਾਲੇ ਜਾਓਗੇ ਉੱਥੇ ਜੀ ਕਿੱਦਾਂ? ਹਾਂਜੀ, ਮੈਂ ਵੀ ਹੋ ਕੇ ਆਇਆ ਹਾਂ ਉੱਥੇ। 2 ਦਿਨ ਮੈਂ ਲਾ ਕੇ ਮੈਂ ਟਰੱਕ ਡਰਾਈਵਰ ਹਾਂ ਔਰ ਉੱਥੇ ਸਾਡੇ ਮਾਮਾ ਜੀ ਵੀ ਲਾ ਕੇ ਆਏ, ਉਹ ਵੀ 15 ਦਿਨ ਉਹਨਾਂ ਦੇ ਨਾਲ ਲਾ ਕੇ ਆਏ। ਹੋਰ ਵੀ ਸਾਡੇ ਇੱਥੋਂ ਮਹਿਲ ਬੁਖਾਰੀ ਅੱਡਾ ਪੈਂਦਾ ਸਾਡਾ, ਉੱਥੋਂ ਤੋਂ ਵੀ ਸਿੰਘ ਗਏ ਨੇ, 5 ਕਨਈਆਂ ਤੋਂ ਵੀ ਉੱਥੇ ਸਿੰਘ ਗਏ ਆ। ਬਾਬਾ ਜੀ ਟਿੱਬੀ ਸਾਹਿਬ ਵਾਲਿਆਂ ਨੇ ਤੁਹਾਡੇ ਵੱਲੋਂ ਤੁਸੀਂ ਵੀ ਹੁਣ ਜਾਓਗੇ ਉੱਥੇ ਫਿਰ ਜੀ? ਹਾਂਜੀ ਹਾਂਜੀ, ਅਸੀਂ ਵੀ ਜਾਵਾਂਗੇ ਕਿਉਂਕਿ ਸਾਡੇ ਪਿਤਾ ਜੀ ਕਹਿੰਦੇ ਸੀ ਵੀ ਮੈਂ ਆਉਣਾ ਨਹੀਂ ਗਾ, ਵੀ ਮੈਂ ਜਿੰਨਾ ਚਿਰ ਇਹ ਕੋਈ ਸਾਡਾ ਮਸਲਾ ਹੱਲ ਨਹੀਂ ਹੁੰਦਾ, ਸਾਡਾ ਮਸਲਾ ਸਿਰੇ ਨਹੀਂ ਗਾ ਚੜ੍ਹਦਾ, ਜਿੰਨਾ ਚਿਰ ਕੋਈ ਮੋਦੀ ਸਾਡੀ ਗੱਲ ਨਹੀਂ ਮੰਨਦਾ ਉਹਨਾਂ ਚਿਰ ਮੈਂ ਵਾਪਸ ਨਹੀਂ ਆਉਣਾ। ਪਰ ਉੱਥੇ ਉਹਨਾਂ ਦੀ ਤਬੀਅਤ ਢਿੱਲੀ ਹੋਣ ਦੇ ਕਰਕੇ ਉਹਨਾਂ ਨੂੰ ਵਾਪਸ ਆਉਣਾ ਪਿਆ। ਡਾਕਟਰ ਨੇ ਵੀ ਕਿਹਾ ਵੀ ਤੁਸੀਂ 2-4 ਦਿਨ ਰੈਸਟ ਕਰਕੇ ਆਓ। ਘਰ ਆ ਕੇ ਵੀ ਇਹੋ ਕਹਿੰਦੇ ਰਹੇ ਵੀ ਅਸੀਂ ਜਾਣਾ ਚਾਹੁੰਦੇ ਹਾਂ। ਜੇ ਉਹ ਇੰਨੇ ਸੰਘਰਸ਼ ਦੇ ਵਿੱਚ 80 ਸਾਲ ਦੀ ਉਮਰ ਦੇ ਵਿੱਚ ਆਪਣੀ ਸ਼ਹਾਦਤ ਦੇ ਸਕਦੇ ਆ, ਸੰਘਰਸ਼ 'ਚ ਜਾ ਸਕਦੇ ਆ, ਅਸੀਂ ਤੇ ਹਾਲੀ ਨੌਜਵਾਨ ਆ ਔਰ ਅਸੀਂ ਇਕੱਲੇ ਨਹੀਂ ਜਾਵਾਂਗੇ। ਅਸੀਂ ਪਿੰਡ ਦੇ ਵਿੱਚੋਂ ਸਾਡੀਆਂ ਬੀਬੀਆਂ ਭੈਣਾਂ ਵੀ ਤਿਆਰ ਆ ਔਰ ਅਸੀਂ ਵੀ ਸਾਰੇ ਜਾ ਕੇ ਉੱਥੇ ਟਰੈਕਟਰਾਂ ਰਾਹੀਂ ਟਰਾਲੀਆਂ ਰਾਹੀਂ ਜੋ ਵੀ ਸਾਡੇ ਕੋਲ ਜਿੱਦਾਂ ਵੀ ਪਹੁੰਚਿਆ ਗਿਆ ਅਸੀਂ ਸੰਘਰਸ਼ ਜ਼ਰੂਰ ਜਾ ਕੇ ਉੱਥੇ ਕਿਸਾਨਾਂ ਦਾ ਸਾਥ ਦੇਵਾਂਗੇ ਜੀ। ਵੀਰ ਜੀ, ਜੇ ਅੱਜ ਗੱਲ ਕਰੀਏ ਤੇ ਅੱਜ ਦੇ ਦਿਨ ਤੱਕ ਅੱਜ ਉਹਨਾਂ ਨੂੰ ਦੇਹਾਂਤ ਕੀਤੇ ਨੂੰ 2-3 ਦਿਨ ਹੋ ਗਿਆ, ਪਰ ਅੱਜ ਤੱਕ ਕੋਈ ਜਥੇਬੰਦੀ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਗਿਆ, ਕੋਈ ਆਣ ਕੇ ਤੁਹਾਡਾ ਹਾਲ ਚਾਲ ਪੁੱਛਿਆ ਗਿਆ ਜੀ? ਹਾਂਜੀ, ਕਿਸਾਨ ਯੂਨੀਅਨ ਨੇ ਦਿੱਲੀ ਤੋਂ ਸਾਨੂੰ ਫੋਨ ਕੀਤਾ ਸੀ। ਉਹਨਾਂ ਨੇ ਬਾਬਾ ਜੀ ਦੀਆਂ ਫੋਟੋਆਂ ਵੀ ਸਾਡੇ ਕੋਲ ਮੰਗਵਾਈਆਂ ਵਾ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਆ ਵੀ ਤੁਸੀਂ ਇਹ ਜੋ ਵੀ ਇਹਦੀ ਸ਼ਹਾਦਤ ਹੋਈ ਹੈ ਜਾਇਆ ਨਹੀਂ ਜਾਣਦੇ। ਬਾਬਾ ਟਿੱਬੀ ਸਾਹਿਬ ਵਾਲੇ ਜੋ ਹੈ ਉਹਨਾਂ ਨੇ ਵੀ ਉੱਥੇ ਲੰਗਰ ਦੀ ਸੇਵਾ ਉਹਨਾਂ ਦੀ ਚੱਲਦੀ ਪਈ ਆ। ਉਹਨਾਂ ਨੇ ਵੀ ਸਾਨੂੰ ਫੋਨ ਕਰਕੇ ਵੀ ਚਲੋ ਕਿਹਾ ਵਾ ਕੋਈ ਗੱਲ ਨਹੀਂ ਆ, ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਗਾ ਕਰਨਾ, ਅਸੀਂ ਤੁਹਾਡੇ ਨਾਲ ਆ। ਔਰ ਅਸੀਂ ਸਾਰੇ ਪਰਿਵਾਰ ਨੇ ਵੀ ਇਹੀ ਗਾੜੀ ਸਲਾਹ ਕੀਤੀ ਆ ਵੀ ਉਹਨਾਂ ਦੇ ਜੋ ਪਿੱਛੇ ਰਹਿ ਗਿਆ ਉਹਨਾਂ ਦੇ ਮਨ ਦੇ ਵਿੱਚ ਉਹ ਅਸੀਂ ਪੂਰੀ ਕਰਾਂਗੇ, ਅਸੀਂ ਜ਼ਰੂਰ ਜਾਵਾਂਗੇ ਜੀ। ਭਾਵੇਂ ਸਾਨੂੰ ਉੱਥੇ 10 ਦਿਨ ਲੱਗਣ, ਭਾਵੇਂ ਮਹੀਨਾ ਲੱਗੇ, ਚਾਹੇ 2 ਮਹੀਨੇ ਲੱਗਣ, ਅਸੀਂ ਉਸ ਸੰਘਰਸ਼ ਦੇ ਵਿੱਚ ਜ਼ਰੂਰ ਆਪਾਂ ਜਾ ਕੇ ਜਿੰਨਾ ਤੋਂ ਵੱਧ ਵੀ ਜਾ ਕੇ ਅਸੀਂ ਉੱਥੇ ਜਿੰਨੇ ਵੀ ਦੇਣੇ ਆ ਉਹ ਲੱਗਾਂ ਲਾਵਾਂਗੇ ਜੀ। ਤੁਸੀਂ ਵੇਖ ਰਹੇ ਹੋ ਕਿ ਜਿੱਥੇ ਗੱਲ ਕਰੀਏ ਪਰਿਵਾਰ ਦੀ, ਤੇ ਪਰਿਵਾਰ ਦੇ ਜਜ਼ਬੇ ਹੋਰ ਮਜ਼ਬੂਤ ਹੁੰਦੇ ਨਜ਼ਰ ਆ ਰਹੇ ਨੇ, ਕਿਉਂਕਿ ਜਿੱਥੇ ਘਰ ਦਾ ਜੀ ਚੱਲ ਜਾਂਦਾ ਹੈ, ਮੋਢੀ ਚੱਲ ਜਾਂਦਾ, ਤੇ ਘਰ ਦੇ ਵਿੱਚ ਬੜੀ ਅਫਸੋਸ ਦੀਆਂ ਲਹਿਰਾਂ ਹੋ ਜਾਂਦੀਆਂ। ਪਰ ਜਿੱਥੇ ਅਫਸੋਸ ਆ ਉੱਥੇ ਇੱਕ ਪਿਆਰ ਦੀ ਗੱਲ ਵੀ ਨਜ਼ਰ ਸਾਹਮਣੇ ਆ ਰਹੀ ਹੈ, ਇੱਕ ਜੋਸ਼ ਦੀ ਨਜ਼ਰ ਵੀ ਸਾਹਮਣੇ ਆ ਰਹੀ ਹੈ। ਤੁਹਾਨੂੰ ਅਸੀਂ ਸਾਡੇ ਕੈਮਰਾਮੈਨ ਨੇ ਦਿਖਾਇਆ ਕਿ ਇਹ ਉਹ ਪਰਿਵਾਰ ਹੈ ਜਿਨ੍ਹਾਂ ਦਾ ਇੱਕ ਰਤਨ ਸਿੰਘ ਦੇ ਨਾਂ ਦਾ ਪਰਿਵਾਰ ਦਾ ਮੈਂਬਰ ਸੀਗਾ, ਮੇਨ ਘਰ ਦਾ ਹੈੱਡ ਸੀ, 80 ਸਾਲ ਦਾ ਬਜ਼ੁਰਗ ਸੀਗਾ, ਪਰ ਉਹ ਇੱਕ ਆਪਣੀ ਸੇਵਾ ਨੂੰ ਸਮਝਦੇ ਹੋਏ, ਆਪਣੇ ਦੇਸ਼ ਦੇ ਸਾਥ ਨੂੰ ਸਮਝਦੇ ਹੋਏ ਸਾਥ ਦੇਣ ਲਈ, ਸਿੱਖ ਕਿਸਾਨਾਂ ਦਾ ਸਾਥ ਦੇਣ ਲਈ ਉੱਥੇ ਪਹੁੰਚੇ ਸੀ। ਭਾਵੇਂ ਛੋਟੇ ਕਿਸਾਨ ਸੀ ਪਰ ਆਪਣੀ ਕਿਸਾਨੀ ਨੂੰ ਨੰਬਰ 1 ਸਮਝਦੇ ਸੀ ਕਿ ਮੈਂ ਇਸ ਚੀਜ਼ ਨੂੰ ਜਿੱਤ ਕੇ ਵਾਪਸ ਆਉਣਾ ਵਾ। ਪਰ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਕਿਸਾਨ ਜਿਹੜੇ ਸਰਕਾਰਾਂ ਜਿਹੜੀਆਂ ਨੇ ਕਿਸਾਨਾਂ ਦੀਆਂ ਸ਼ਹਾਦਤਾਂ ਦਾ ਕੀ ਮੁੱਲ ਪਾਉਂਦੀਆਂ ਨੇ ਤੇ ਕਿਸਾਨਾਂ ਦੀਆਂ ਸ਼ਹਾਦਤਾਂ ਨੂੰ ਕਿਸ ਤਰੀਕੇ ਨਾਲ ਲੈਂਦੀਆਂ ਨੇ। ਤੁਸੀਂ ਜੁੜੇ ਰਹੋ ਇੱਦਾਂ ਪ੍ਰਾਈਮ ਮੁੱਦੇ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਅਜਨਾਲਾ ਤੋਂ ਪ੍ਰਾਈਮ ਮੁੱਦੇ ਲਈ ਜਗਜੀਤ ਸਿੰਘ ਦੀ ਰਿਪੋਰਟ।